ਫਾਜ਼ਿਲਕਾ ਦੇ ਪਿੰਡ ਚੁਆੜਿਆਂ ਵਾਲੀ ਦੇ ਵਿੱਚ ਬਣਾਏ ਜਾ ਰਹੇ ਪੱਕੇ ਰਸਤੇ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਪਾਇਆ ਜਾ ਰਿਹਾ ਰੋਸ। ਕਿਹਾ ਉਹਨਾਂ ਦੀਆਂ ਜ਼ਮੀਨਾਂ ਵੀ ਰਸਤੇ ਦੇ ਵਿੱਚ ਕੀਤੀਆਂ ਜਾ ਰਹੀਆਂ ਹਨ। ਸ਼ਾਮਲ ਕੀਤੀ ਸਰਕਾਰੀ ਪਮਾਇਸ਼ ਕਰਵਾਉਣ ਦੀ ਮੰਗ। ਫਾਜ਼ਿਲਕਾ ਦੇ ਪਿੰਡ ਚੁਆੜਿਆਂ ਵਾਲੀ ਦੇ ਵਿੱਚ ਖੇਤਾਂ ਦੇ ਅੰਦਰੋਂ ਇੱਕ ਪੱਕਾ ਰਸਤਾ ਬਣਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਨੂੰ ਵੀ ਇਸ ਰਸਤੇ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਜਦਕਿ ਬਿਨਾਂ ਸਰਕਾਰੀ ਪਮਾਇਸ਼ ਕਰਵਾਏ ਇਹ ਰਸਤਾ ਬਣਵਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਕਈ ਵਾਰ ਡੀਸੀ ਨੂੰ ਵੀ ਮਿਲ ਚੁੱਕੇ ਹਨ, ਲੇਕਿਨ ਡੀਸੀ ਵੱਲੋਂ ਇਸ ਦਾ ਕੰਮ ਬੰਦ ਕਰਵਾਉਣ ਦੀ ਗੱਲ ਕਹੀ ਗਈ ਹੈ, ਲੇਕਿਨ ਕੰਮ ਹਲੇ ਤੱਕ ਚੱਲ ਰਿਹਾ ਹੈ ਅਤੇ ਸਰਕਾਰੀ ਪਮਾਇਸ਼ ਕਰਵਾਏ ਬਿਨਾਂ ਇਹ ਰਸਤਾ ਬਣਵਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਇਹ ਰਸਤੇ ਦੀ ਪਮਾਇਸ਼ ਕਰਵਾਈ ਜਾਏ ਅਤੇ ਉਸ ਤੋਂ ਬਾਅਦ ਹੀ ਇਸ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਏ, ਤਾਂ ਕਿ ਕਿਸਾਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਨਾ ਹੋ ਸਕੇ। ਹਾਂਜੀ, ਤੁਹਾਡਾ ਕੀ ਨਾਮ ਹੈ? मेरा नाम सत्यभूषण गुप्ता जी। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ ਇਸ ਰਸਤੇ ਨੂੰ ਲੈ ਕੇ? मैं ये है जी, मैं डीसी साहब ਨੂੰ ਦਰਖਾਸਤਾਂ ਦਿੱਤੀਆਂ ਜੀ, ਇਹ ਰਸਤੇ ਦੀ ਸਰਕਾਰੀ ਪਮਾਇਸ਼ ਕਰਵਾ ਕੇ ਨਾ ਜੀ, ਮਿਹਨਤੀ ਕਰਾ ਕੇ, ਜਿਹਨੂੰ ਇੰਗਲਿਸ਼ ਵਿੱਚ ਡਿਮਾਰਕੇਸ਼ਨ ਬੋਲਦੇ ਆ, ਤਾਂ ਰਸਤਾ ਬਣਾਇਆ ਜਾਵੇ। ਇਹ ਕੀ ਕਰ ਰਹੇ ਆ, ਮੇਰੇ ਖੇਤ ਵੱਲ ਵੱਧ ਰਹੇ ਨੇ ਜੀ। ਇਹ ਰਸਤਾ ਤਾਂ ਪੂਰਾ ਸਾਡੇ ਇੱਥੇ ਮੇਰੇ ਖੇਤ ਵੱਲ 16.5 ਫੁੱਟ ਕਰ ਰਹੇ ਨੇ, 3 ਕਰਮ ਹੀ ਕਰ ਰਹੇ ਆ, ਪਰ ਇਹ ਜਿਹੜਾ ਹੈਗਾ ਇਹ 2-3 ਫੁੱਟ ਮੇਰੇ ਸਾਡਾ ਜ਼ਮੀਨ ਵੱਲ ਵੱਧ ਗਏ ਹੈ। ਮੈਂ ਜਿਹਦੇ ਬਾਰੇ ਡੀਸੀ ਨੂੰ ਦਰਖਾਸਤਾਂ ਵੀ ਦਿੱਤੀਆਂ ਨੇ, ਪਰ ਡੀਸੀ ਨੂੰ ਦਰਖਾਸਤਾਂ ਵਾਰੀ ਮੈਂ ਪੇਸ਼ ਹੋਇਆ ਡੀਸੀ ਸਾਹਿਬ ਦੇ, ਤੇ ਡੀਸੀ ਸਾਹਿਬ ਕਹਿੰਦੇ ਕੰਮ ਰੁਕ ਗਿਆ, ਜਦੋਂ ਕਿ ਕੰਮ ਨਹੀਂ ਰੁਕਿਆ ਹੋਇਆ, ਕੰਮ ਚੱਲਦਾ ਪਿਆ। ਇੱਕ ਇਹ ਸਰਪੰਚ ਸਾਰੇ ਗਲਤ ਕੰਮ ਕਰ ਰਿਹਾ। ਮੇਰੇ ਖੇਤ ਵਿੱਚ ਪਰਲੇ ਪਾਸੇ ਇੱਕ 1.25 ਕਿੱਲਾ ਹੈਗਾ, ਜਿੱਥੇ ਇੱਕ ਨਜਾਇਜ਼ ਇਹ ਪਾਈਪ ਕੱਢ ਕੇ ਲੈ ਗਏ ਹੈ, ਤੇ ਉਹਦੇ ਵਿੱਚ ਨਾਲ ਇੱਕ ਸੇਮ ਨਾਲਾ ਲੱਗਦਾ, ਉਹਦੀ ਮਿੱਟੀ ਨਜਾਇਜ਼ ਮੇਰੇ ਖੇਤ ਵਿੱਚ ਸਿੱਟਤੀ। ਮਤਲਬ ਮੇਰਾ ਇਹ ਹਰ ਪਾਸਿਓਂ, ਮੈਂ ਸ਼ਹਿਰ ਰਹਿਣ ਕਰਕੇ ਹਰ ਪਾਸਿਓਂ ਨੁਕਸਾਨ ਕਰ ਰਿਹਾ ਹੈ, ਤੇ ਡੀਸੀ ਸਾਹਿਬ ਨੇ ਮੇਰੀ ਕੋਈ ਸੁਣਵਾਈ ਨਾ ਬਰਾਬਰੀ ਕੀਤੀ ਹੈ। ਕਿੰਨੀ ਪੈਲੀ ਹੈ ਤੁਹਾਡੀ? ਮੇਰੀ ਜੀ ਇੱਥੇ ਟੋਟਲ 5.5 ਕਿੱਲੇ ਤੋਂ ਉੱਤੇ ਹੈ। ਜੇ ਗੱਲ ਕਰੀਏ ਆਪਾਂ, ਇਹ ਕਿਹੜਾ ਰਸਤਾ ਹੈ? ਇਹ ਰਸਤਾ ਜੀ ਕਾਗਜ਼ਾਂ ਵਿੱਚ 199 ਖਸਰਾ ਨੰਬਰ ਗਿਣਦਾ ਹੈ। ਹਾਂਜੀ, ਇਹ 5 ਨੰਬਰ ਕਿੱਲੇ ਤੱਕ ਜਾਂਦਾ ਹੈ ਜੀ। ਇਹ ਜਾਰੀ ਹੈਗਾ, ਚੱਲਦਾ ਪਿਆ। ਵੈਸੇ ਹੁਣ ਪੱਕਾ ਬਣਾ ਰਹੇ ਨੇ, ਤੇ ਮਤਲਬ ਸਾਡੇ ਤੋਂ ਕੋਈ ਇਹਨਾਂ ਨੇ ਮਨਜ਼ੂਰੀ ਨਹੀਂ ਲਈ, ਸਾਨੂੰ ਕੋਈ ਇੱਥੇ ਪਮਾਇਸ਼ ਕਰਵਾਉਣ ਦਾ ਬੁਲਾਉਣ ਸਾਨੂੰ ਕੋਈ ਨਹੀਂ ਬੁਲਾਇਆ ਗਿਆ, ਆਪੇ ਹੀ ਇਹਨਾਂ ਨੇ ਚਾਲੂ ਕਰ ਲਿਆ। ਸਾਡੀ ਜ਼ਮੀਨਾਂ ਲੱਗਦੀਆਂ, ਸਾਨੂੰ ਘੱਟੋ ਘੱਟ ਪੁੱਛਣ ਤਾਂ ਸਹੀ, ਨਾ ਹੀ ਤੁਹਾਡੇ ਵੱਲ ਜਾਂਦਾ ਨਹੀਂ ਜਾਂਦਾ, ਨਾ ਹੀ ਕਦੇ ਵਿਖਾਇਆ ਇਹਨਾਂ ਨੇ। ਹੁਣ ਕੀ ਮੰਗ ਕੀ ਕਰਦੇ? ਸਾਡੀ ਤਾਂ ਇਹੀ ਮੰਗ ਹੈ ਜੀ ਵੀ ਇਹ ਸਰਕਾਰੀ ਪਮਾਇਸ਼ ਕਰਵਾ ਕੇ ਰਸਤਾ ਪੂਰਾ ਬਣਾਉਣ, ਇਹ ਮੰਗ ਹੈ ਸਾਡੀ ਤਾਂ। ਦੁਬਾਰਾ ਤੁਹਾਡੇ ਵੱਲੋਂ ਡੀਸੀ ਸਾਹਿਬ ਨੂੰ ਮਿਲਿਆ ਨਹੀਂ? ਮੈਂ ਜੀ ਬਹੁਤ ਵਾਰੀ ਮਿਲਿਆ, ਅਖੀਰ 'ਚ ਉਹ ਡੀਸੀ ਕਹਿੰਦੀ ਜੀ ਉਹਨਾਂ ਨੂੰ ਕਹਿ ਕੇ ਰੁਕਵਾਤਾ, ਪਰ ਰੁਕਿਆ ਕੋਈ, ਕੰਮ ਚੱਲਦਾ ਪਿਆ ਜੀ। ਹਾਂਜੀ, ਕੀ ਨਾਮ ਆਪਣਾ? मेरा नाम शंकर लाल। ਕਿਹੜਾ ਪਿੰਡ ਹੈ? ਪਿੰਡ ਚੌੜਿਆਂ ਵਾਲੀ ਜੀ। ਹਾਂਜੀ, ਕੀ ਮਸਲਾ ਹੈ? ਮਸਲਾ ਕੀ ਹੈ ਜੀ, ਸਰਪੰਚ ਨੂੰ ਇਹ ਸਰਕਾਰੀ ਰਸਤਾ ਹੈਗਾ ਜੀ 16.5 ਫੁੱਟ। ਸਰਪੰਚ ਨੂੰ ਅਸੀਂ ਕਿਹਾ ਵੀ ਇਹਦੀ ਸਰਕਾਰੀ ਮਿਹਨਤੀ ਕਰਵਾ ਕੇ, ਤੂੰ ਪਟਵਾਰੀ ਬੁਲਾ ਕੇ, ਤੇ ਇਹਦੇ ਜਿਹੜੀਆਂ ਦੀਵਾਰਾਂ ਹੈਗੀਆਂ ਰਸਤੇ ਦੇ ਵਿੱਚ ਜਾਂ ਬਿਜਲੀ ਦੇ ਖੰਭੇ ਨੇ, ਉਹ ਤੂੰ ਸਾਈਡ ਤੇ ਕਰਵਾ ਦੇ, ਵੀ ਸਾਨੂੰ ਕੰਪੈਂਟ ਮਾਰਨ ਨੂੰ ਜਾਂ ਹੋਰ ਕੋਈ ਦਿੱਕਤ ਨਹੀਂ ਆਉਂਦੀ। ਤੇ ਕਹਿੰਦਾ ਜੀ ਕਰਵਾ ਦਿਆਂਗਾ। ਉਹ ਸਾਨੂੰ ਗੋਲੀਆਂ ਦੇ ਕੇ ਤੇ ਕੁਛ ਨਹੀਂ ਕਰਦਾ ਪਿਆ, ਤੇ ਇਹਨੂੰ ਸੜਕ ਪੱਕੀ ਬਣਵਾਈ ਜਾਂਦਾ ਜੀ। ਜਿਹੜੇ ਖੰਭੇ ਤੇ ਸਰਕਾਰੀ ਮਿਹਨਤੀ ਨਹੀਂ ਹੈਗੀ, ਕੱਲ੍ਹ ਨੂੰ ਕਿਸੇ ਦੀ ਜ਼ਮੀਨ ਵਿੱਚ ਦੱਬੀ ਗਈ ਜਾਂ ਹੋਰ ਹੈ ਤਾਂ ਉਹ ਇਤਰਾਜ਼ ਸਾਨੂੰ ਕਰਨਗੇ। ਤੇ ਸਾਨੂੰ ਲੋਕਾਂ ਦੇ ਖੇਤਾਂ ਦੇ ਵਿੱਚ ਸਰਕਾਰੀ ਰਸਤਾ ਹੁੰਦਿਆਂ ਹੀ ਸਾਨੂੰ ਲੋਕਾਂ ਦੇ ਖੇਤਾਂ ਦੇ ਵਿੱਚੋਂ ਦੀ ਕੰਪੈਨ ਲੈਣੀ ਪੈਂਦੀ ਹੈ, ਕਿਸੇ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ, ਤੇ ਸਾਨੂੰ ਇਹ ਮਿੰਨਤਾਂ ਨਾ ਕਰਨੀਆਂ ਪੈਣ। ਸਾਨੂੰ ਸਰਕਾਰੀ ਰਸਤਾ ਜਿਹੜਾ ਪੂਰਾ ਮਿਹਨਤੀ ਕਰਵਾ ਕੇ ਇਹ ਪੱਕਾ ਕਰਵਾਵੇ, ਤੇ ਇਹਦੇ 'ਚ ਸਾਨੂੰ ਕੋਈ ਇਤਰਾਜ਼ ਨਾ ਹੋਵੇਗਾ। ਜੋ ਇਹ ਰਸਤਾ ਬਣ ਰਿਹਾ ਹੈ, ਹਾਂਜੀ, ਜੋ ਇਹ ਰਾਹ ਬਣ ਰਿਹਾ, ਇਹ ਕੀ ਸਹੀ ਨਹੀਂ ਬਣ ਰਿਹਾ? ਇਹ ਸਹੀ ਨਹੀਂ ਬਣ ਰਿਹਾ ਜੀ। ਇਹ ਸਰਕਾਰੀ ਨਹੀਂ ਹੈ, ਫਿੱਤੇ ਦੀ ਮਿਹਨਤੀ ਕਰਕੇ ਲਿਆਈਏ ਜੀ ਆਪ। ਫਿੱਤੇ ਦੀ ਮਿਹਨਤੀ ਨਾਲ ਕੋਈ ਜੀ ਮਾਇਨੇ ਨਹੀਂ ਰੱਖਦੀ ਜੀ। ਇਹ ਕਾਗਜ਼ਾਂ ਦੇ ਵਿੱਚ 16.5 ਫੁੱਟ? ਹਾਂ, ਕਾਗਜ਼ਾਂ ਦੇ ਵਿੱਚ 16.5 ਫੁੱਟ ਰਸਤਾ ਹੈ। ਕਿੰਨੇ ਫੁੱਟ ਦਾ ਰਾਹ ਬਣ ਰਿਹਾ? ਇਹ ਰਸਤਾ ਜੀ ਕਿਤੋਂ ਤਾਂ 12 ਫੁੱਟ ਹੈਗਾ, ਕਿਤੋਂ 14 ਫੁੱਟ ਹੈਗਾ, ਕਿਤੋਂ 15 ਫੁੱਟ ਹੈਗਾ। ਹੁਣ ਪਿੱਛੇ ਜਿੱਥੋਂ ਸਟਾਰਟਿੰਗ ਹੁੰਦਾ ਪਿੰਡ ਵਾਲੇ ਪਾਸਿਓਂ, ਉੱਥੇ ਜੀ ਦੀਵਾਰਾਂ ਵੀ ਵਿੱਚ ਹੈਗੀਆਂ ਨੇ, ਤੇ ਖੰਭਾ ਵੀ ਬਿਜਲੀ ਦਾ, ਤੇ ਇੱਕ ਜਿਹੜਾ ਸੇਫਟੀ ਟੈਂਕ ਹੈ ਉਹ ਬਣਾ ਰੱਖਿਆ। ਕੰਪੈਨ ਜਿਹੜੀ ਹੈ ਸਾਡੀ ਆ ਰਹੀ ਹੈ ਅੱਗੇ, ਸਾਨੂੰ ਖੇਤਾਂ ਦੇ ਵਿੱਚੋਂ ਦੀ ਲੈ ਕੇ ਆਉਣੀ ਪੈਂਦੀ ਹੈ ਜੀ। हाँ, मेरा नाम पवन कुमार शर्मा है। जो सरपंच है वो मेरी मिसेज अनीता देवी है ਜੀ। ਕਿ ਤੁਹਾਡੇ ਪਿੰਡ ਦੇ ਵਿੱਚ ਰਾਹ ਨਿਕਲ ਰਿਹਾ ਹੈ, ਉਹ ਰਸਤੇ ਨੂੰ ਲੈ ਕੇ ਜਿਹੜਾ ਕੀ ਹੈ, ਲੋਕਾਂ ਵੱਲੋਂ ਆਰੋਪ ਲਗਾਇਆ ਜਾ ਰਿਹਾ ਹੈ ਵੀ ਰਸਤੇ ਦੀ ਜਿਹੜੀ ਹੈ ਸਰਕਾਰੀ ਮਿਹਨਤੀ ਵਗੈरह नहीं हुई, वो ਕੀ ਮਸਲਾ है जी? सर, उसमें ऐसे है ना, जो जिसके खेतों के अंदर से रास्ता जाता है, तो मैं घर पे नहीं था, और मेंबर साहब एक चंद्रमोहन और मंगल, और जो उनके पास की ज़मीन जिसके खेत के अंदर से रास्ता गया है, उनको मौके पर बुलाया गया, और उसमें MES के जयदेव भी हैं, उनके खेत के अंदर रास्ता आया कम से कम 3 फुट।
तो उन्होंने अपना स्पष्टीकरण करके वो रास्ते की जगह छोड़ दी, और छोड़ने के बाद मैंने उसकी कार्रवाई डाल ली। डालने के बाद सरपंच का एक फ़र्ज़ होता है कि अगर वो खुद कार्रवाई डाल रहा है तो मौके के ऊपर हर एक मालक को पूछे। जब उसके अंदर मैंने भर्ती और मिट्टी डलवाने के बाद दूसरी तरफ सत्यभूषण जी की तरफ मैंने ईंट लगानी रखनी शुरू की, तब मैंने फ़ोन किया जिसको कहने का मतलब ठेके पे दी हुई है, शंकर लाल है हमारे गांव का, उसको फ़ोन किया। उन्होंने सत्यभूषण जी को फ़ोन किया और सत्यभूषण जी मौके पे यहाँ आ गए। तो ठेकेदार काम पर लगे हुए थे। तब तक मैंने सत्यभूषण जी की तरफ कोई भी ईंट कुछ भी नहीं किया हुआ था, ना उसके खेत के अंदर रास्ता आ रहा है, ना उसके खेत के अंदर से रास्ता है। तो सत्यभूषण जी से मैंने 16.5 फुट रास्ता मिन के सत्यभूषण जी से कहा, हाँ भाई अब देख सही है या गलत है। ये कहे आप समझदार हो, बिल्कुल सही है। और लेबर के सामने कम से कम 20-25 बंदे लेबर के थे, ठेकेदार भी थे। तो उनके सामने उन्होंने अपने हाथ से ईंट रखी। रखने के बाद उन्होंने काम शुरू करवा के यहाँ से चले गए। जाने के बाद ये मुझ वो झूठा आरोप लगा रही हैं लेडी सरपंच होने करके। ये क्या नाम भी, मैंने डीसी दफ्तर में भी इसके प्रति जो कि एप्लीकेशन दी है सर, उसका मेरे पास पहले कोई आया नहीं। जब यहाँ से वो मिनती करा के मेरे पास लगभग वो 11 बजे से लेके 12:15 के बीच में थे, और मेरे पास उनके स्टेनो हैं डीसी साहब के सत्यप्रीत, उनका फ़ोन आता है 4:30 और 4:45 के बीच में शाम को 21 तारीख को। कह रहे हैं आपका जो रास्ता बन रहा है उसके लिए हमारे पास ये बैठे हैं और आप बताइए। उन्होंने मुझसे स्पष्टीकरण मांगा। मैंने उसको फ़ोन के ऊपर स्पष्टीकरण सारा बता दिया। मगर सर आप आके देख भी सकते हैं, कोई दिक्कत नहीं है। वो कह रहे हैं सरपंच साहब आप है ना स्पष्टीकरण दे दीजिए। मैंने अगले दिन ही उनको है ना स्पष्टीकरण दे दिया, और स्पष्टीकरण की है ना मैंने कॉपी रिटर्न के अंदर डीसी साहब को मैंने पहुंचवा दी। और मैं उसके अंदर मुझे कोई भी अब दफ्तर से फ़ोन नहीं आया कि काम रोक दिया जाए या अनलीगल है या गलत है। अगर आपको लग रहा है जो मुझ पर आरोप लगाए गए हैं, तो जितने बंदे मेरे पास थे और जितनी लेबर थी मेरे पास या ठेकेदार थे, तो उसको इकट्ठा कर लेता हूँ। अगर उनके सामने अगर ये ना आए, अगर मैं झूठा हूँ तो कम मुझ पर कार्रवाई कीजिए, कोई दिक्कत नहीं है। कोई निजी रंजिश है ਤੁਹਾਡੀ ਉਹਨਾਂ ਦਾ ਇੱਕ ਆਰੋਪ ਹੋ ਰਿਹਾ ਹੋਗਾ ਨਾ ਕਿ ਵੀ ਦੂਸਰੇ ਖੇਤ ਦੇ ਵਿੱਚ ਜਿਹੜਾ ਕਿ ਪਾਈਪ ਨਿਕਾਲੀ ਗਈ ਹੈ ਮੇਰੇ ਖੇਤ ਦੇ ਵਿੱਚੋਂ। सर हमारे गांव का ना उत्तर की तरफ पानी का बहाव होता है, उत्तर से दक्षिण की तरफ हमेशा, आप जानते हो। तो वहाँ छप्पड़ है हमारे, छप्पड़ के अंदर गंदा पानी होता है। गंदा पानी होने के कारण हमारे गांव का वातावरण था वो अशुद्ध हो गया, नीचे का पानी बदलाव हो गया, गंदा हो गया। तो हमारी पूरी पंचायत ने एक मता डाला कि उस छप्पड़ को है ना हम नहरी पानी दे देते हैं। तो हमने नहरी पानी देने के लिए पंचायत मालक होती है गांव की, 3 फुट नीचे से हमने वो पाइपलाइन किसी निजी स्वार्थ को छोड़ के या अपना टाइम को देखते हुए, कोई भी सरपंच बने, कोई भी यहाँ आए जाए, हमारी वो सरपंची है जद्दी नहीं होती कभी भी। गांव के भले के लिए और आने वाले भविष्य के लिए हमने देख के और ये पाइपलाइन वहाँ से निकाली थी। तब तक मुझे ये पता नहीं था कि ये सत्यभूषण जी की जगह है। ये काम लगभग 3 दिन तक चला, क्योंकि हमारी पंचायती जगह पड़ रही है। मैं पंचायती जगह को देखते हुए ही ये पाइपलाइन निकाली, लेकिन किसी निजी स्वार्थ को छोड़ के। और इसके अंदर ज़मीन बाई के अंदर या किसी प्रकार का यहाँ पे फसल उगाने में कोई भी दिक्कत नहीं आ रही। और जिस पे आरोप लगा रहे हैं ना, वो जगह बिल्कुल ही बंजर पड़ी है, बिल्कुल सेबनाले के पास में है। उसके बाद तेज सिंह का खेत पड़ता है, वो भी मेरे पास थे। उन्होंने पाइपलाइन लगवा के और छप्पड़ को हमने मीठा पानी दिया है। अब हमारे गांव का पूरा जो नीचे का जल का स्तर है काफ़ी बदल चुका है, रोगों से निजात मिला है लोगों को। अंत में बात करें तो जो ये रास्ता बन रहा है, ये बनेगा फिलहाल? हाँ जी सर, ये बनेगा। अगर इनको लगता है काम चलता रहेगा। हाँ सर, ये काम तो चलता रहेगा, क्योंकि मैंने ना डीसी साहब को स्पष्टीकरण दे दिया है कि इसके अंदर ये ना बिल्कुल अनलीगल नहीं है। और सत्यभूषण जी के खेत के अंदर से ये रास्ता ही नहीं लग रहा है,
फिर उसके बावजूद भी मैंने इनकी मंजूरी से ही 2 या 3 इंच इनकी तरफ छोड़ा है और ये भी कहा है अगर आपको डाउट है तो आप पक्की मिनती करवा लीजिए, अगर रास्ता हटता है तो हम हटाएंगे।